ਸਾਧ ਸੰਗ ਤਰੈ ਭੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹ ਕਿਰਪਾ ਕਰਦੇ ਨੇ ਕਿ ਸਾਧ ਸੰਗ ਗੱਗੇ ਦੇ ਸਿਹਾਰੀ ਲੱਗੀ ਹੈ। ਇਹਦੇ ਅਰਥ ਹੁੰਦੇ ਨੇ ਸਾਧ ਸੰਗਤ ਦੇ ਰਾਹੀਂ ਗੁਰੂ ਦੀ ਸੰਗਤ ਕੀਤਿਆਂ, ਸਤ ਪੁਰਸ਼ਾਂ ਦੀ ਸੰਗਤ ਕੀਤਿਆਂ, ਨਾਮ ਬਾਣੀ ਦੀ ਸੰਗਤ ਕੀਤਿਆਂ। ਤਰੈ ਤਰੈ ਦੇ ਅਰਥ ਨੇ ਸਾਧ ਸੰਗਤ ਜੀ, ਜਿਵੇਂ ਬਹੁਤ ਵਾਰ ਇੱਥੇ ਬੇਨਤੀ ਕੀਤੀ ਕਿ ਪ੍ਰਮਾਤਮਾ ਦੀ ਬਾਣੀ ਹੈ ਜੋ ਤੁਰਕੀ ਬਾਣੀ ਨੇ ਸੰਸਾਰ ਨੂੰ ਇੱਕ ਸਾਗਰ ਦੀ ਸਮੁੰਦਰ ਦੀ ਨਿਆਈ ਮੰਨਿਆ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹਦੇ ਵਿੱਚ ਇੱਕ ਤੋਖਲਾ ਲੱਗਾ ਰਹਿੰਦਾ ਹੈ ਕਲਯੁਗੀ ਜੀਵ ਨੂੰ, ਜਾਂ ਅਸੀਂ ਕਹਿ ਲਈਏ ਪ੍ਰਾਤੀ ਜੀਵ ਨੂੰ, ਬੇਅੰਤ ਪ੍ਰਕਾਰ ਦਾ। ਇੱਥੇ ਭੈ ਸ਼ਬਦ ਆਇਆ। ਹਰ ਉਹ ਭੈ ਤੋਂ ਜਦੋਂ ਸੰਗਤ ਕਰਦੇ ਆ ਤੇ ਸਹਿਜੇ ਹੀ ਸਿੱਖ ਜੋ ਹੈ ਉਹ ਪਾਰ ਹੋ ਜਾਂਦਾ। ਭਾਵ ਉਹਨਾਂ ਨੂੰ ਫਿਰ ਇਹ ਤੋਖਲੇ ਜਿਹੜੇ ਨੇ, ਇਹ ਭੈ ਬਹੁਤੇ ਡਰਾਉਂਦੇ ਨਹੀਂ। ਥੋੜੀ ਜਿਹੀ ਜੇ ਝਾਤ ਮਾਰੀ, ਵੇਖੋ ਸਾਨੂੰ ਵਾਹਿਗੁਰੂ ਜੀ ਨੇ ਸਰੀਰ ਦਿੱਤਾ ਹੈ, ਪਰ ਸਾਨੂੰ ਇਹੀ ਡਰ ਲੱਗਾ ਰਹਿੰਦਾ ਅੱਜ ਨਾ ਮਰ ਜਾਈਏ, ਕੱਲ ਨਾ ਮਰ ਜਾਈਏ। ਗੁਰੂ ਸਾਹਿਬ ਜੀ ਨੇ ਸਾਨੂੰ ਜੇ ਦੇਹੀ ਦਿੱਤੀ, ਇਹ ਵੀ ਇੱਕ ਲੱਗਾ ਰਹਿੰਦਾ ਮਨਾ, ਕਿਤੇ ਰੋਗ ਨਾ ਲੱਗ ਜੇ, ਕੋਈ ਡਾਡਾ ਜਿਹਦਾ ਇਲਾਜ ਹੀ ਨਾ ਹੋਵੇ। ਇਹ ਸੱਚ ਹੈ ਕਿ ਹਰ ਬੰਦੇ ਨੂੰ ਇਹ ਚੀਜ਼ਾਂ ਸਤਾਉਂਦੀਆਂ ਨੇ। ਜੇ ਅਸੀਂ ਕੋਈ ਫਸਲ ਬੀਜੀ ਹੈ ਤੇ ਇਹ ਵੀ ਹੁੰਦਾ ਕਿ ਕੋਈ ਬੇਟਾਈਮਾ ਮੀਂਹ ਨਾ ਪੈ ਜਾਏ, ਬਹੁਤਾ ਹਨੇਰ ਝੱਖੜ ਨਾ ਚੱਲੇ ਕਿ ਸਾਡੀਆਂ ਫਸਲਾਂ ਬਰਬਾਦ ਹੋ ਜਾਣ। ਕੋਈ ਕੰਮ ਕੋਈ ਬਿਜ਼ਨਸ ਕਰਦੇ ਆ, ਇਹੀ ਦਿਨ ਰਾਤ ਫਿਕਰ ਲੱਗਾ ਰਹਿੰਦਾ ਘਾਟੇ ਨਾ ਪੈ ਜਾਣ। ਬੱਚਿਆਂ ਦਾ ਤੋਖਲਾ ਲੱਗਾ ਰਹਿੰਦਾ ਕਿ ਪ੍ਰਮਾਤਮਾ ਪਰਿਵਾਰ ਨੂੰ ਕੁਝ ਨਾ ਹੋਵੇ। ਇੱਦਾਂ ਜੇ ਅਸੀਂ ਗਿਣਨ ਲੱਗੀਏ ਤੇ ਜ਼ਿੰਦਗੀ ਦੇ ਅੰਦਰ ਰੋਜ਼ਮਰਾ ਬੇਅੰਤ ਇਹੋ ਜਿਹੇ ਡਰ ਨੇ ਜੋ ਰੋਜ਼ ਸਤਾਉਂਦੇ ਨੇ। ਗੁਰੂ ਸਾਹਿਬ ਕਹਿੰਦੇ ਫਿਰ ਇਹਨਾਂ ਡਰਾਂ ਤੋਂ ਕਿਵੇਂ ਉੱਪਰ ਦੀ ਜ਼ਿੰਦਗੀ ਲੰਘੇ। ਮਹਾਰਾਜ ਜੀ ਤਾਂ ਸਭ ਕੁਝ ਰਹਿਣਾ ਹੈ, ਸਰੀਰ ਵੀ ਜਾਣਾ ਹੈ, ਰੋਗ ਵੀ ਲੱਗਣੇ, ਆਫਤਾਂ ਵੀ ਆਉਣੀਆਂ, ਕੋਈ ਨਾ ਕੋਈ ਭਾਣੇ ਵਾਪਰ ਜਾਂਦੇ ਆ। ਸਤਿਗੁਰੂ ਇਹਨਾਂ ਵਿੱਚ ਰਹਿ ਕੇ ਅਸੀਂ ਕਿਵੇਂ ਜਿਹੜਾ ਹੈ ਉਹ ਜਿਹੜੀ ਅਸਲ ਦਾਤ ਨਾਮ ਨੂੰ ਕਮਾ ਸਕੀਏ। ਫਿਰ ਗੁਰੂ ਸਾਹਿਬ ਨੇ ਕਿਹਾ ਤੈਨੂੰ ਇੱਕ ਰਾਹ ਦੱਸਦਾ, ਤੂੰ ਸੰਗਤ ਕਰਨੀ ਸ਼ੁਰੂ ਕਰ। ਸੰਗਤ ਵਿੱਚ ਆ ਕੇ ਸੰਗਤ ਜੀ ਇੰਨੀ ਕਿਰਪਾ ਵਰਤਦੀ ਹੈ ਨਾ ਵਾਹਿਗੁਰੂ ਜੀ ਦੀ। ਸਤਿਗੁਰੂ ਪਿਤਾ ਕਹਿੰਦੇ ਸਭ ਤੋਂ ਵੱਡੀ ਗੱਲ ਹੈ ਸੰਗਤ ਉਹ ਦਰਪਣ, ਉਹ ਸ਼ੀਸ਼ਾ ਹੈ ਜਿੱਥੇ ਆ ਕੇ ਬੰਦਾ ਆਪਣੇ ਆਪੇ ਵੱਲ ਝਾਤ ਮਾਰਦਾ। ਇਹ ਬੜੀ ਵੱਡੀ ਗੱਲ ਹੈ, ਕਿਉਂਕਿ ਅਸੀਂ ਕੋਈ ਵੀ ਕੰਮ ਕਰਾਂਗੇ ਉਹ ਬਾਹਰੀ ਪੜ੍ਹਾਈ ਹੋਵੇਗੀ, ਬਾਹਰੀ ਤਰੱਕੀ ਹੋਵੇਗੀ, ਬਾਹਰੀ ਦੁਨੀਆ ਨੂੰ ਵੇਖਣ ਦੀ ਹੋਵੇਗੀ। ਕੇਵਲ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਬੰਦਾ ਆਪਣੇ ਅੰਦਰ ਝਾਤ ਮਾਰਦਾ, ਫਿਰ ਉਹਨੂੰ ਫਿਰ ਇਹ ਅਹਿਸਾਸ ਹੁੰਦਾ ਕਿ ਮਨਾ ਹਰ ਹਰ ਨਾਮ ਸਿਮਰ ਰਤਨਾਗਰ, ਕਿ ਮੈਂ ਤਾਂ ਇਸ ਧਰਤੀ ਤੇ ਨਾਮ ਜਪਣ ਆਇਆ, ਬਾਣੀ ਪੜ੍ਹਨ ਆਇਆ ਤੇ ਉਸ ਮਾਲਕ ਨੂੰ ਜਪਣ ਆਇਆ ਜੋ ਰਤਨਾ ਦੀ ਖਾਨ ਵਾਹਿਗੁਰੂ ਜੀ ਹੈ। ਆਓ ਇੱਥੋਂ ਥੋੜੀ ਜਿਹੀ ਸ਼ੁਰੂਆਤ ਕਰੀਏ ਕਿ ਸਾਧ ਸੰਗ ਸੰਗਤ ਕੀਤਿਆਂ ਤਰੈ ਪਾਰ ਲੰਘ ਜਾਈਦਾ। ਭੈ ਸਾਗਰ ਹਰ ਇੱਕ ਪ੍ਰਕਾਰ ਦੇ ਸੰਸਾਰ ਰੂਪੀ ਡਰ ਤੋਂ। ਗੁਰੂ ਸਾਹਿਬ ਦੀ ਬਾਣੀ ਅੰਦਰ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਅੱਜ ਲਿਆ ਸੰਗਤ ਦੇ ਪਰਥਾਏ, ਤੇ ਭਗਤ ਜੀ ਕਹਿੰਦੇ ਮਿਲਤ ਪਿਆਰੋ ਪ੍ਰਾਨ ਨਾਥ ਕਵਣ ਭਗਤ ਤੇ। ਇਹਦੇ ਅਰਥ ਨੇ ਕਵਣ ਭਗਤ ਤੇ ਦਾ ਭਾਵ ਹੋਰ ਕਿਹੜੀ ਭਗਤੀ, ਕੇਵਲ ਇੱਕੋ ਪ੍ਰੇਮਾ ਭਗਤੀ, ਸਹਿਜ ਮਾਰਗ ਦੀ ਭਗਤੀ। ਉਹ ਹੈ ਸਿੱਖ ਦੇ ਲਈ ਵਾਹਿਗੁਰੂ ਜੀ ਦਾ ਸਿਮਰਨ। ਜਦੋਂ ਇਹ ਬੰਦਗੀ ਦੇ ਨਾਮ ਵਿੱਚ ਜੁੜ ਕੇ ਸਿੱਖ ਅਭਿਆਸ ਕਰਦਾ ਹੈ, ਫਿਰ ਮਿਲਤ ਪਿਆਰੋ ਪ੍ਰਾਨ ਨਾਥ, ਪ੍ਰਾਣਾ ਦਾ ਨਾਥ ਵਾਹਿਗੁਰੂ ਜੀ ਦੀ ਪ੍ਰਾਪਤੀ ਸਿੱਖ ਨੂੰ ਸਹਿਜੇ ਹੁੰਦੀ ਹੈ। ਮਿਲਤ ਪਿਆਰੋ ਪ੍ਰਾਨ ਨਾਥ ਕਵਣ ਭਗਤ ਤੇ, ਸਾਧ ਸੰਗਤ ਪਾਈ ਪਰਮ ਗਤੇ। ਜਦੋਂ ਸੰਗਤ ਕੀਤੀ, ਬਾਬਾ ਰਵਿਦਾਸ ਜੀ ਕਹਿੰਦੇ ਉਸ ਸੰਗਤ ਵਿੱਚ ਆ ਕੇ ਸਾਡੀ ਗਤਿਆ ਹੋਈ, ਸਾਨੂੰ ਪਰਮ ਪਦ ਪ੍ਰਾਪਤ ਹੋਇਆ, ਸਾਨੂੰ ਮਨੁੱਖਾ ਜਨਮ ਦਾ ਜੋ ਅਸਲੀ ਮਰਤਬਾ ਸੀ ਉਹ ਪਤਾ ਲੱਗਿਆ। ਇਹ ਅਗਲੇਰੀਆਂ ਤੁਕਾਂ ਸੁਣਿਓ ਕਿ ਇਹ ਸੰਗਤ 'ਚ ਆ ਕੇ ਹੀ ਇੰਨੀ ਕਿਰਪਾ ਹੁੰਦੀ। ਬਾਬਾ ਜੀ ਕਹਿੰਦੇ ਮਿਲਤ ਪਿਆਰੋ ਪ੍ਰਾਨ ਨਾਥ ਕਵਣ ਭਗਤ ਤੇ, ਸਾਧ ਸੰਗਤ ਪਾਈ ਪਰਮ ਗਤੇ। ਰਹਾਓ ਮੈਲੇ ਕੱਪੜੇ ਕਹਾਂ ਲਗ ਧੋਵੋ, ਆਵੇਗੀ ਨੀਂਦ ਕਹਾਂ ਲਗ ਸੋਵੋ। ਤੁਸੀਂ ਕਹੋਗੇ ਕਿ ਇਹ ਕੀ ਕਿਹਾ ਜਾ ਰਿਹਾ? ਇਸ ਕਰਕੇ ਕਿ ਅੱਖਰੀ ਅਰਥ ਹੋਰ ਹੁੰਦੇ, ਭਾਵ ਅਰਥ ਹੋਰ ਹੁੰਦੇ। ਬਾਬਾ ਜੀ ਕਹਿੰਦੇ ਮੈਲੇ ਕੱਪੜੇ ਕਹਾਂ ਲੋ ਧੋਵੋ, ਮੈਂ ਹੁਣ ਮੈਲੇ ਕੱਪੜੇ ਨਹੀਂ ਧੋਂਦਾ। ਬਾਬਾ ਜੀ ਸਾਨੂੰ ਜਰਾ ਖੁੱਲ੍ਹ ਕੇ ਦੱਸੋ ਕਿ ਕਿਹੜੇ ਉਹ ਕੱਪੜੇ ਜਿਹੜੇ ਤੁਸੀਂ ਹੁਣ ਨਹੀਂ ਧੋਂਦੇ। ਬਾਬਾ ਜੀ ਕਹਿੰਦੇ ਪਹਿਲਾਂ ਮੈਂ ਲੋਕਾਂ ਦੇ ਨਿੰਦਿਆ ਦੀ ਮੈਲ ਦੇ ਕੱਪੜੇ ਰੋਜ਼ ਧੋਂਦਾ ਰਿਹਾ, ਪਰ ਜਦੋਂ ਤੋਂ ਸੰਗਤ ਸ਼ੁਰੂ ਕਰਨੀ ਕੀਤੀ, ਮੇਰਾ ਗੁਰੂ ਕਹਿੰਦਾ ਨਿੰਦਿਆ ਕਰਨੀ ਵੀ ਮਾੜੀ, ਸੁਣਨੀ ਵੀ ਮਾੜੀ। ਅੱਜ ਤੋਂ ਬਾਅਦ ਮੈਂ ਲੋਕਾਂ ਦੇ ਮੈਲੇ ਕੱਪੜੇ ਧੋਣੇ ਬੰਦ ਕਰ ਦਿੱਤੇ।
ਵੇਖੋ इस संगत च तब्दीलियां होंदियां कि साथ संग तरह पै सागर। दूजी बेनती बाबा जी कह रहे मैले कपड़े कहाँ लो धोवो आवेगी नींद। माया विच सुते रहंदे सां, सारी उम्र सुत्तियां ही कढ़दी, पर जदों संगत च आए फिर सच एवे बंदे खोज दिल हर रोज ना फिर परेशानी माहे। हुण नींद नहीं आउंदी। महाराज कहंदे हुण असीं सुचेत रहने आ, हर एक सवास नूं सामभदे आ, हर दिन नूं सामभदे आ, हर अमृत वेले नूं सामभदे आ, हर उस घड़ी नूं सामभदे आ कि किसे घड़ी कोई चंगा काम करके गुरु दे लेखे घड़ी लग जाए। गुरु जी कहंदे आवेगी नींद कहाँ लग सोवो। हुण नहीं मैं सौंदा माया दी नींद, क्योंकि मेरे गुरु ने शब्द दा बाण मार के मैनू अंदरों जगा दिता है। जोई जोई सच एवे जोरियो सोई सोई फाटियो। होर वेखो अगे ये किरपा हुई कि हुण निंदिया नहीं करनी, माया दी नींद च नहीं सोना। ते एक किरपा होर हुई, जो पिछे माड़े कर्म कीते सी, जो पिछे मैल इकट्ठी कीती सी, वो भी सारी महाराज ने धो दिती। संगत विच आया वो जीवन ही बदलता। जोई जोई जोरियो, जेड़े भी बाबा जी कहंदे मंदे कर्म मनुख ने कीते हुंदे सोई सोई फाटियो। सारे गुरबाणी दी संगत, सतगुरु दी संगत, नाम दी संगत, सारे कर्मां नूं धो के रख दिंदी। जोई जोई की सच एवे जोरियो सोई सोई फाटियो। ते मार सच्चे पिता जी कहंदे झूठे बनज उठ ही गई घाटियो। झूठे बनजां च पए सां, सारी उम्र दुनिया दी ऐशो इशरत वकारां रसां कसां भोगां च कढ़दी। पर संगत जी हर वो मनुख जिन्हें गुरु नानक घर दी संगत कीती, महाराज कहंदे हुण झूठे बनजां च नहीं पैंदे। हुण तां सच एवे भाई रे राम कहो चित लाए, हर जस वखर लै चलो सहो देखे पतियाए। जेड़ा भावना नाल संगत करेगा उन्हों चत्तो पैरी ये फिक्र लगा रहूगा मैं वध तो वध नाम किवें जप ला, क्योंकि जेड़ा दिन अज चढ़ के लंघ गया मुड़ मेरी जिंदगी च नहीं आउणा। ये सच है। जेड़ा भावना नाल मंगण आऊगा इत्थे नाम दी दात। सतगुरु कहंदे झूठे वणज, जेड़ा झूठ दा वपार सी। वेखो धीआं पुत्रां नूं पालना, नौकरियां करनियां, बिजनेस, ये झूठ दा वपार नहीं। इन्हां तो इलावा जदों असीं समां बर्बाद करदे आ ना भोगां विलासां च, जिन्हां नूं करन तो गुरबाणी वरजदी है, उन्हां महाराज कहंदे हुण झूठ दीआं वादियां तो गुरु दी संगत ने वो जीवन बख्शिया कि वो गिलानी लथ गई। कदों लथी? ये सारी किरपा कदों हुई? बाबा जी कहंदे कहो रविदास भयो जब लेखो। आ तुक बड़े कमाल दी है। भयो जब लेखो दे अर्थ ने जदों मैं संगत च आया, रोज साखियां सुननियां शुरू कीतियां, गुरबाणी दे अर्थ सुनने शुरू कीते, फिर अपने अंदर झात मारी, अपने आपे नूं वेखिया, मेरे मंदे कर्म मेरे सामने आने शुरू हुए जदों मैं गुरु कोल आके बहना शुरू किया। महाराज कहंदे इन्नी किरपा वरती कि सारी उम्र इदां ही कढ़दी। जदों गुरु कोल बैठा, गुरु ने कहा अंदर झात मार, अंदर झात मारी ते इन्ने लिबड़े सां, बस बाबे नूं कहा हुण धो दे महाराज जी, अगे तो नहीं लिबड़दे। संगत जी कहो कबीर भयो, कहो रविदास भयो जब लेखो, जोई जोई कीन्यो कीनो सोई सोई देखियो। कि जो मैं कर्म कीते वो मैं देख ले संगत आके, क्योंकि सतगुरु कहते संगत विच आया ही साडा भला है। तां करके ना बाबा फरीद जी दियां चार तुकां बहुत कीमती आ कि विदन खोही मुंद अकेली, ना को साथी ना को वेली, कर किरपा प्रभ साध संग मेली, जां फिर देखा तां मेरा अल्लो वेली। सतगुरु जी कहते ने ये संसार एक वो खूही है कि जिस खूह विच जेड़ा डिग्या उहदे कोलों मुड़ के निकलिया नहीं गया। इस खूही अंदर बहुत कुछ पिया, आसा तृष्णा चिंतावां झोरे बहुत कुछ। सतगुरु पिता जी कहते विदन खूही मुंद अकेली, ते वड्डी गल की हुई है मैं कल्ली हाँ, क्योंकि मैं अपना संगी नहीं बनाया बाणी नूं, नाम नूं, गुरु नूं, अमृत नूं, धर्म नूं, नेक कर्मां नूं। ते जिद्दन फिर देखो अज संगत जी संसार सारा ही उस खूह च डिग्गा पिया, अपने जतनां नाल निकलिया भी नहीं जा रहा। विदन खोही मुंद अकेली, ना को साथी ना को वेली। महाराज जी साडा कोई साथी नहीं,
कोई मित्र नहीं कि साडी कोई डिग्गियां दी बाह फड़ के सानू उस खूह विचों कढ ले। पर बाबा फरीद जी कहते जदों तरस गुरु साहब करते ने उदों मन जागदा है। फिर कर किरपा, गुरु ने किरपा कीती, कर किरपा प्रभ साध संग मेली, साध संगत नाल मेल दिता। कल तक आसा तृष्णा होमै मैं मेरी विकारां दे खूह च डिगे सा, कोई नहीं सी झलदा, कोई नहीं सी बाह फड़दा। जदों संगत करनी शुरू की जां फिर देखा तो मेरा अलहो बेली, हुण मैं जिधर झात मारदा रब मेरा बेली बन गया। ये संगत च आके कृपा हुई। सतगुरु पिता जी कहते संगत विच आया दुरमत का नाश हुंदा है। जदों असीं ये तुक पढ़दे हां कि सच एवे दुनिया दे लोगों सगल क्रिया मैं उत्तम क्रिया, पहले क्रिया दे कक्के दे पैर च अद्धा रारा है, इनू भर के बोलना सगल क्रिया मैं उत्तम क्रिया। फिर दूजा पूरा कि दुनिया अंदर किन्नियां भी क्रियावां कर लीए, ਉਹਦੇ ਤੋਂ जे सब तो वड्डी श्रोमणी कोई क्रिया है सच है वो की है साध संग दुरमत मल हिरिया। इत्थे सहज ही वेखो असी बैठे हैं ना सारे गुरु दी गोच, पहला बाणी दा जाप सुनिया, कदे कीर्तन सुनिया, कथा ये की है मीह पै रहा मोले धार, बस वाह शर्त है जिन्ने जुड़ जाएंगे उन्ने भेज जाएंगे संगत जी। ਇਹ ਨਹੀਂ ਇਸੇ ਗੁਰਦੁਆਰੇ हर गुरु घर ਦੇ ਵਿੱਚ ਜਿੱਥੇ ਵੀ ਘਰ 'ਚ ਬਾਣੀ ਪੜੀ ਜਾ ਰਹੀ ਹੈ ਬਸ ਮੋਲੇ ਧਾਰ ਮੀਂਹ ਵਰਦਾ ਪਿਆ, ਸਾਨੂੰ ਨਹੀਂ ਦਿਸਦਾ ਪਰ ਮਹਾਰਾਜ ਕਹਿੰਦੇ ਜਿੰਨੀ ਭਾਵਨਾ 'ਚ ਜੁੜ ਜਾਗੇ ਉਨਾ ਹੀ ਮੀਂਹ ਸਾਨੂੰ ਅੰਦਰ ਠੰਡਾ ਕਰ ਜਾਏਗਾ। ਇਸੇ ਕਰਕੇ ਤਾਂ ਸੰਗਤ ਪਹਿਲਾਂ ਉਹ ਸਤਿਗੁਰੂ ਜੀ ਨੇ ਸਟੈਪ ਮੰਨਿਆ, ਕਦਮ ਮੰਨਿਆ ਜਿਹਨੂੰ ਪੁੱਟ ਕੇ ਅਸੀਂ ਪਰਮਾਤਮਾ ਤੱਕ ਪਹੁੰਚਣਾ। ਸਤਿਗੁਰੂ ਪਿਤਾ ਕਹਿੰਦੇ ਸਾਧ ਸੰਗ दुरमत मल हिरिया। इनू थोड़ा जा खोलण लई ना एक पंक्ति है बाणी अंदर, महाराज कहते ने उथे कि वड भागी साध संग प्राप्त तिन भेटत दुरमत खोई, तिन की धूर नानक दास बाछै जिन हर नाम हृदय परोई। वड्डे भागां नाल गुरु की संगत मिली, संगत मिलिया परमात्मा के नाम के अभ्यास वाल आए, फिर उन्होंने चरणों की धूड़ी जी वाहिगुरु जी रूपी गुरु ने आप मंगनी शुरू की। सूही राग अंदर ही गुरु रामदास जी का एक शब्द असी पढ़ते हैं, हर नामा हर रंग है रंग मजिठै रंग, गुर तुठै हर रंग चाढ़िया फिर बौड़ ना होवी भंग, मेरे मन हर राम नाम कर संग, गुर तुठै हर उपदेशिया हर भेटिया राव संग। इत्थे हुण देखो जड़ियां अगलेरियां तुक्कां ने साडी अज दे विषय च काम आउणगियां कि हम मैल भरे दोहचारिया हर राखो अंगी अंग। सतगुरु असी बड़े अवगुणा दे भरे आ, बहुत मैल दे भरे आ, पता नहीं केड़ी केड़ी इस मन आत्मा नूं मैल लगी जिस करके सतगुरु तुहाडे तो दूरी बनी, रोगां च वकारां च दुखां च गलतान होए आपां। गुरु जी हुण तुहाडी शरण आया, सानू मैलियां नूं रख लो। वेखो ये गुरु रामदास जी का वचन है। महाराज ने नहीं कहा सी संत बन के आए सिख बन के आए नितनेम तेरे को लैके आए, नहीं महाराज जी असीं मैले हो के तेरे को आ गए हैं। जिवें तू रखिया ना 10 हयातियां विच अपने सिखां नूं ਜਿਹੜੇ तेरे कोल आए तो उन्होंने अज भी रखदा है। गुरु साहब जी असी भी मैले हाँ, बहुत लिबड़ चुके हाँ, जिंदगी के 40-50 साल आप संसार नूं दे के इन्ना आपा पलीत कर लिया, सातों धोता ही नहीं जा रहा। हम मैल भरे दोहचारिया, दोहचारिया का अर्थ ने कि बिव विचार कर करके हम मैल भरे दोहचारिया हर राखो अंगी अंग। सच एवे जदों इदां अरजोइयां करांगे फिर गुर अमृत सर नवलाया सब सच। महाराज कहते गुरु रामदास मेरे गुरु ने सानू मैलियां नूं नाम की बरखा थले कीता, सत संगत की बरखा थले कीता, बाणी की बरखा थले कीता। इहो जिहा इशनान सानू हर रोज नाम बाणी का बख्शिया कि जिंदगी के जिन्ने 2-4 कर्म सन मैले कर्म सन पिछले भी धोते ते अगला राह भी साफ करता कि गुर अमृतसर नवलाया सब लाथे किल विख पंग। हर दीना दीन दयाल प्रभ सत संगत मेलो संग। देखो इको ही अज जो सानू गुरु साहब ने रंभक विषय दिता कि साध संग तरह पै सागर। महाराज कहते हर दीना दीन दयाल प्रभ, हे दीना उत्ते दया करन वाले वाहिगुरु सत संगत मेलो संग। सानू सच दी संगत
गुरु दी संगत, बाणी दी संगत, नेक गुणा दी संगत, नेक बंदियां दी संगत विच बिठाउणा कर। मिल संगत हर रंग चाढ़िया, जन नानक मन तन रंग। क्योंकि संगत विच आके संगत जी मन नूं भुख लगनी नाम जपण दी, मन नूं भुख लगनी बाणी पढ़न दी, मन नूं भुख लगनी सेवा करन दी, मन नूं भुख लगनी खंडे दी बाटे दी, मन नूं भुख लगनी चंगियां कोल बैठ दी। संगत साडा पहला कदम है। वेखो साडे सारिਆਂ ते किरपा कदों होई ਜਦੋਂ ਅਸੀਂ ਸੰਗਤ ਵਿੱਚ ਆਉਣਾ ਸ਼ੁਰੂ ਕੀਤਾ। ਸੰਗਤ ਨੇ ਤਬਦੀਲੀ ਲਿਆਂਦੀ, ਸਾਡਾ ਜੀਵਨ ਬਦਲ ਗਿਆ। ਕਿਹੋ ਜਿਹਾ ਜੀਵਨ ਬਦਲਿਆ? ਪਹਿਲਾਂ ਅਸੀਂ ਆਮ ਸਾਂ, ਫਿਰ ਖਾਸ ਹੋਏ। ਇੰਨੇ ਖਾਸ ਹੋਏ ਕਿ ਕਲਗੀਧਰ ਪਿਤਾ ਕਹਿੰਦੇ ਹੁਣੇ ਮੇਰੇ ਵਰਗੇ ਹੋ ਗਏ ਆ। ਖਾਲਸਾ ਮੇਰੋ ਰੂਪ ਹੈ ਖਾਸ। ਅਸੀਂ ਕਹਿੰਦੇ ਨਾ ਸਾਡਾ ਖਾਸ ਬੰਦਾ ਹੈ। ਮਹਾਰਾਜ ਕਹਿੰਦੇ ਜਿੰਨੇ ਗੁਰਸਿੱਖ ਪਿਆਰੇ ਨੇ ਮੇਰੇ ਖਾਸ ਨੇ, ਕਿਉਂਕਿ ਇਹ ਮੇਰੇ ਵਰਗੇ ਹੁਣ ਹੋ ਗਏ। ਇਹਨਾਂ ਦਾ ਜੀਵਨ, ਇਹਨਾਂ ਦਾ ਉੱਠਣਾ ਬੈਠਣਾ, ਪਹਿਰਾਵਾ, ਖਾਣ ਪੀਣ, ਨੇਮ ਪ੍ਰੇਮ ਸਭ ਕੁਝ ਮੇਰੇ ਵਰਗਾ। ਫਿਰ ਫਰਕ ਕੀ ਰਹਿ ਗਿਆ? ਪਰ ਇਹ ਸਭ ਕਿਰਪਾ ਕਿੱਥੇ ਹੋਈ? ਸੰਗਤ ਵਿੱਚ ਆ ਕੇ ਕਿਰਪਾ ਹੋਈ। ਇਹ ਸੰਗਤ ਵਿੱਚ ਆ ਕੇ ਸਾਨੂੰ ਜਾਗ ਲੱਗੇ। ਭਾਈ ਗੁਰਦਾਸ ਜੀ ਨੇ ਤਾਂ ਕਰਕੇ 3 ਉਦਾਹਰਨਾਂ ਦੇ ਕੇ ਇੱਕੋ ਗੱਲ ਕਹੀ ਕਿ ਇੱਕ ਦਿਸ਼ਾ ਦੀ ਹਵਾ ਚੱਲੇ ਤੇ ਬੱਦਲ ਚੰਗਾ ਭਲਾ ਆਇਆ ਉਡਾ ਕੇ ਲੈ ਜਾਂਦੀ, ਪਰ ਇੱਕ ਦਿਸ਼ਾ ਦੀ ਹਵਾ ਆਵੇ ਤੇ ਉੱਡੇ ਹੋਏ ਬੱਦਲ ਇਕੱਠੇ ਕਰਕੇ ਮੋਹਲੇ ਧਰ ਮੀਂਹ ਪਵਾ ਦਿੰਦੀ। ਇੱਕ ਪਾਣੀ ਪੀਣ ਨਾਲ ਸਾਡੀ ਪਿਆਸ ਬੁਝਦੀ ਆ, ਪਰ ਸ਼ਰਾਬ 'ਚ ਵੀ ਉਹੀ ਲਿਕੁਇਡ ਧਾਤਾਂ ਨੇ, ਜ਼ਹਿਰ ਵੀ ਉਸੇ ਲਿਕੁਇਡ ਤੋਂ ਬਣਦਾ, ਉਹਨਾਂ ਨੂੰ ਪੀਣ ਦੇ ਨਾਲ ਸਾਡੀ ਮੌਤ ਹੁੰਦੀ ਆ। ਇੱਕ ਘਰ ਦੀ ਅੱਗ ਨਾਲ ਸਾਡੇ ਪਕਵਾਨ ਬਣਦੇ, ਗੁਰੂ ਕੇ ਲੰਗਰ ਬਣਦੇ, ਪਰ ਉਹੀ ਅੱਗ ਜਦੋਂ ਬੇਕਾਬੂ ਹੋ ਜੇ ਤੇ ਕਰੋੜਾਂ ਦੇ ਬਣੇ ਘਰ ਵੀ ਸੜ ਜਾਂਦੇ ਆ। ਜੀਵਨ ਵੀ ਕੁਝ ਇਦਾਂ ਦਾ। ਚੰਗੀ ਸੰਗਤ ਕਰਾਂਗੇ ਤੇ ਸੱਚ ਇਹ ਸਤਿਗੁਰੂ ਜੀ ਕਹਿੰਦੇ ਅੰਦਰ ਸੰਗਤ ਦੀ ਹਵਾ ਨਾਲ ਬਹੁਤ ਕਿਰਪਾ ਗੁਰੂ ਦੀ ਵਰਤੂਗੀ, ਬਾਣੀ ਵਾਲੇ ਪਾਸੇ ਮੁਖ ਹੋਵੇਗਾ। ਮਾੜੀ ਸੰਗਤ ਕਰਾਂਗੇ, ਚੰਗੇ ਭਲੇ ਗੁਣ ਵੀ ਮਾੜੇ ਵਿਕਾਰਾਂ ਦੀ ਹਵਾ ਨੇ ਉਡਾ ਕੇ ਲੈ ਜਾਣੇ। ਜੇ ਨਾਮ ਬਾਣੀ ਦਾ ਅੰਮ੍ਰਿਤ ਪੀਵਾਂਗੇ ਤੇ ਜ਼ਿੰਦਗੀ ਅੰਦਰ ਆਤਮਿਕ ਰੂਹਾਨੀਅਤ ਦਾ ਪ੍ਰਗਟਾਵਾ ਹੋਵੇਗਾ, ਤੇ ਜੇ ਮਾੜੀ ਸੰਗਤ ਦਾ ਪਾਣੀ ਪੀਤਾ ਤੇ ਆਤਮਿਕ ਮੌਤੇ ਮਰ ਜਾਾਂਗੇ। ਸਤਿਗੁਰੂ ਪਿਤਾ ਜੀ ਕਹਿੰਦੇ ਇਸੇ ਤਰ੍ਹਾਂ ਭੋਜਨ ਨਾਮ ਦਾ ਛਕਾਂਗੇ ਤੇ ਅੰਦਰ ਦੀ ਭੁੱਖ ਦੂਰ ਹੋਵੇਗੀ, ਪਰ ਜੇ ਬੇਮਰਿਆਦਾ ਜ਼ਿੰਦਗੀ ਕਰ ਲਈ ਤੇ ਅੱਗ ਵਾਲਾ ਸਾਬ ਹੋਵੇਗਾ, ਉਹ ਸਾਡੇ ਕਿਸੇ ਕੰਮ ਲਈ ਨੁਕਸਾਨ ਕਰੂ। 3 ਉਦਾਹਰਨਾਂ ਤੋਂ ਬਾਅਦ ਭਾਈ ਜੀ ਕਹਿੰਦੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਇੱਕ ਸੰਗਤ ਕੀਤੀ ਤੇ ਜੀਵਨ ਤੋਂ ਮੁਕਤ ਹੋ ਗਏ, ਪਰ ਇੱਕ ਸੰਗਤ ਸਾਰੀ ਉਮਰ ਕੀਤੀ, ਉਹੀ ਕੰਮ ਧੰਦੇ, ਉਹੀ 1 ਸਾਲ 'ਚ ਉਹੀ 10 ਸਾਲੀ 20 30 40 50 100 ਪਤਾ ਹੀ ਨਹੀਂ ਲੱਗਾ। ਮਹਾਰਾਜ ਕਹਿੰਦੇ ਫਿਰ ਜਮਪੁਰ ਜਾਤ ਹੈ। ਜਿਸ ਸੰਗਤ ਵਿੱਚ ਤੂੰ ਰਿਹਾ ਨਾ, ਉਹ ਸੰਗਤ ਨੇ ਤੈਨੂੰ ਜਮਾਂ ਦੇ ਘਰ ਤੋਰ ਦਿੱਤਾ। ਇੰਨਾ ਕੁ ਬਹੁਤ ਹੈ, ਕਿਉਂਕਿ ਸਮੇਂ ਦੀ ਸਮਾਪਤੀ। ਸਤਿਗੁਰੂ ਪਿਤਾ ਕਹਿੰਦੇ ਇਸ ਕਰਕੇ ਆਓ ਸੋਧਤ ਸੋਧਤ ਸੁਣੀਏ ਸੋਏ, ਸਾਧ ਸੰਗ ਬਿਨ ਤਰਿਓ ਨਾ ਕੋਏ। ਅੱਜ ਤੱਕ ਬਿਨਾਂ ਸੰਗਤ ਤੋਂ ਕਿਸੇ ਦਾ ਉਧਾਰ ਨਹੀਂ ਹੋਇਆ ਸੰਗਤ ਜੀ। ਇਸ ਕਰਕੇ ਜਿਨ ਜਿਨ ਸਾਧ ਸੰਗ ਪਾਇਆ, ਸੋ ਪ੍ਰਭ ਆਪ ਤਰਾਇਆ। ਉਹਨਾਂ ਨੂੰ ਗੁਰੂ ਨੇ ਆਪ ਜਿਹੜਾ ਉਹ ਸਹਿਜੇ ਹੀ ਤਾਰ ਦਿੱਤਾ। ਅੱਗੇ ਹੈ ਹਰ ਹਰ ਨਾਮ ਸਿਮਰ ਰਤਨਾਗਰ। ਬੇਅੰਤ ਪ੍ਰਮਾਣ ਨੇ ਇੱਥੇ ਕਿ ਨਾਮ ਦਾ ਅਭਿਆਸ ਕਰੀਏ। ਜਿਵੇਂ ਕਵਨ ਵਡਾਈ ਕਹਿ ਸਕੂੰ ਬੇਅੰਤ ਗੁਨੀਤਾ, ਕਰ ਕਿਰਪਾ ਮੋਹਿ ਨਾਮ ਦੇਵੋ ਨਾਨਕ ਦਰ ਸਰੀਤਾ। ਚਲੋ ਇੱਕ ਸੌਖਾ ਸ਼ਲੋਕ ਪੜ੍ਹੀਏ। ਨਿਰਗੁਣਿਆਰ ਇਆਨਿਆ। ਇਹ ਅਸੀਂ ਆਪਣੇ ਆਪ ਨੂੰ ਕਹਿਣਾ, ਕਿਸੇ ਦੂਜੇ ਨੂੰ ਨਹੀਂ। ਮੈਂ ਨਿਰਗੁਣਿਆਰਾ ਹਾਂ, ਮੈਂ ਇਆਣਾ ਸਤਿਗੁਰੂ, ਮੈਂ ਕੋਈ ਕਰਮ ਹੀ ਨਹੀਂ ਕਰਦਾ ਜੋ ਤੁਸੀਂ ਰੋਜ਼ ਕਹਿੰਦੇ ਹੋ। ਨਿਰਗੁਣ ਆਰ ਇਆਨਿਆ। ਅੱਗੇ ਕੀ ਲਿਖਿਆ? ਸੋ ਪ੍ਰਭ ਸਦਾ ਸੰਭਾਲ। ਸਦਾ ਹੀ ਉਹਨੂੰ ਚੇਤੇ ਕਰ। ਇਹ ਨਹੀਂ ਸਵੇਰੇ 5 ਬਾਣੀਆਂ ਕਰ ਲਈਆਂ, ਮੁੜ ਕੇ ਤਾਲਾ ਲਾਇਆ, ਸ਼ਾਮ ਤੱਕ ਧਿਆਨ ਹੀ ਨਹੀਂ ਦਿੱਤਾ ਉੱਧਰ। ਮਹਾਰਾਜ ਕਹਿੰਦੇ ਸੋ ਪ੍ਰਭ ਸਦਾ ਸੰਭਾਲ। ਕਿਹੜਾ ਪ੍ਰਭ ਸਦਾ ਸੰਭਾਲ? ਜਿਨ ਕੀਆ, ਜਿਨ ਤੈਨੂੰ ਪੈਦਾ ਕੀਤਾ, ਜਿਨ ਸੰਸਾਰ ਬਣਾਇਆ। ਤੇਰੇ ਲਈ ਇੱਕ ਕਿੰਨਾ ਸੋਹਣਾ ਵੇਖ, ਜਿਵੇਂ ਕਹਿ ਲਓ ਸਹੂਲਤਾਂ ਤੈਨੂੰ ਦਿੱਤੀਆਂ। ਜਿਨ ਕੀਆ, ਅੱਗੇ ਕੀ ਲਿਖਿਆ? ਤਿਸ ਚੀਤ ਰੱਖ, ਉਹਨੂੰ ਚੇਤੇ ਕਰ। ਹੁਣ ਘਰ ਜਾ ਕੇ ਨਾ ਆਪਾਂ ਸਾਰਿਆਂ ਨੇ ਧਿਆਨ ਰੱਖਣਾ ਕਿ ਅਸੀਂ ਕਿੰਨਾ ਕੁ ਚੇਤਾ ਕਰਦੇ ਹਾਂ। ਫਿਰ ਇੱਕ ਵਾਰੀ ਸੌਣ ਲੱਗੇ ਚੇਤਾ ਕਰਿਓ, ਮੜਾ ਮੈਂ ਤੇ ਕੀਤਾ ਹੀ ਨਹੀਂ। ਤੇ ਜਿਹੜੇ ਕਰਨਗੇ ਉਹ ਸ਼ੁਕਰਾਨੇ ਦੀ ਅਰਦਾਸ ਕਰਿਓ ਕਿ ਅੱਜ ਬਹੁਤ ਚੇਤੇ ਕੀਤਾ। ਇੰਨੀ ਕੀ ਕਹਾਣੀ ਆ, ਹੈ ਔਖੀ ਆ, ਪਰ ਜਦੋਂ ਇੱਧਰ ਜੁੜ ਗਏ ਫਿਰ ਮਹਾਰਾਜ ਕਹਿੰਦੇ ਭਲਾ ਹੀ ਭਲਾ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਤੂੰ। ਸਤਿਗੁਰੂ ਜੀ ਕਹਿੰਦੇ ਜਿਨ ਕੀਆ ਤਿਸ ਚੀਤ ਰੱਖ। ਮਹਾਰਾਜ ਜੀ ਜਦੋਂ ਚਿੱਤ ਨਾਲ ਲਾ ਕੇ ਰੱਖਾਂਗੇ, ਆਪਣਾ ਚਿੱਤ ਉਹਦੇ ਨਾਲ ਲਾਵਾਂਗੇ, ਫਿਰ ਕੀ ਹੋਵੇਗਾ?
ਗੁਰੂ ਸਾਹਿਬ ਕਹਿੰਦੇ ਇਸ ਕਰਕੇ ਲਾਉਣਾ ਹੈ, ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭੀ ਨਾਲ। ਉਹਦੇ ਨਾਲ ਚਿੱਤ ਲਾ ਜੋ ਤੇਰੇ ਨਾਲ ਨਿਭੇ, ਜੋ ਤੇਰਾ ਆਪਣਾ ਹੋਵੇ। ਪੈਸਾ ਮੇਰੇ ਕੋਲ ਹੈ, ਤੁਹਾਡੇ ਕੋਲ ਹੈ, ਸਾਨੂੰ ਡਰ ਹੈ ਨਾ ਕਿ ਸਾਡਾ ਆਪਣਾ ਨਹੀਂ, ਪਰ ਨਾਮ ਸਾਡਾ ਆਪਣਾ। ਇਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਚੁਰਾ ਸਕਦੀ। ਇਹਨੂੰ ਮਹਾਰਾਜ ਸੱਚੇ ਪਿਤਾ ਕਹਿੰਦੇ ਕੋਈ ਡਾਕਾ ਹੀ ਨਹੀਂ ਪੈਣਾ, ਇਹ ਤੇਰਾ ਆਪਣਾ ਨਾਮ ਧਨ ਹੈ। ਇੱਥੋਂ ਤੱਕ ਜਮ ਵੀ ਨਹੀਂ ਚੁਰਾ ਸਕਦੇ, ਜਮਰਾਜ ਵੀ ਇਹ ਤੋਂ ਭੈ ਖਾਂਦੇ। ਹੋਰ ਤੈਨੂੰ ਮਹਾਰਾਜ ਕਹਿੰਦੇ ਇਹ ਤੋਂ ਵੱਡੀ ਮੈਂ ਕੀ ਦਾਤ ਦਵਾਂ। ਤਾਂ ਕਰਕੇ ਦੋਨੇ ਹੱਥ ਜੋੜ ਕੇ ਮੰਗਿਆ ਕਰ, ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤੈ ਪੈ ਮੰਗੋ, ਦੇਹੋ ਆਪਣਾ ਨਾਮ। ਸੋ ਜ਼ਰੂਰ ਆਪਣੀ ਅਰਦਾਸ ਵਿੱਚ ਨਿਤਨੇਮ ਤਾਂ ਚਲੋ ਜਿਹੜੇ ਨੇ ਗੁਰੂ ਘਰ ਹੁੰਦੇ ਜਾਂ ਅੰਮ੍ਰਿਤਧਾਰੀ ਉਹ ਤਾਂ ਕਰਦੇ ਨੇ, ਪਰ ਮੰਗਣਾ ਸ਼ੁਰੂ ਕਰੀਏ ਸੰਗਤ ਜੀ। ਮੰਗਾਂਗੇ ਇੱਕ ਦਿਨ ਜ਼ਰੂਰ ਉਹ ਆਊਗਾ ਜਿਸ ਦਿਨ 5 ਤੋਂ 10 ਮਿੰਟ, ਫਿਰ ਅੱਧਾ ਘੰਟਾ, 1 ਘੰਟਾ, 2-2 ਘੰਟੇ ਵੀ ਚੌਂਕੜਾ ਗੁਰੂ ਸਾਹਿਬ ਆਪ ਮਰਾਉਣਗੇ। ਪਰ ਮੰਗ ਦੇ ਵਿੱਚ ਨਾਮ ਨੂੰ ਜ਼ਰੂਰ ਆਪਣਾ ਸ਼ਾਮਲ ਕਰੀਏ। ਇਸ ਨਾਮ ਤੋਂ ਮੁਨਕਰ ਨਾ ਹੋਈਏ, ਤਰਕਵਾਦੀਆਂ ਸ਼ੰਕੇਵਾਦੀਆਂ ਤੋਂ ਜ਼ਰੂਰ ਬਚ ਕੇ ਬਾਣੀ ਨਾਮ ਤੇ ਭਰੋਸਾ ਲਿਆਈਏ। ਸਿਮਰ ਸਿਮਰ ਜੀਵਾ ਨਾਰਾਇਣ। ਗੁਰੂ ਅਰਜੁਨ ਦੇ ਪਿਤਾ ਕਹਿੰਦੇ ਗੁਰਮੁਖ ਪਿਆਰੇ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ ਹੀ ਆਤਮਿਕ ਜ਼ਿੰਦਗੀ ਜਿਉਂਦੇ ਨੇ। ਦੁੱਖ ਰੋਗ ਸੋਗ ਸਭ ਵਿਨਸੇ। ਵੇਖੋ ਸੰਗਤ ਚ ਆ ਕੇ ਡਰ ਮੁੱਕ ਗਿਆ, ਕਿਉਂਕਿ ਦੁੱਖ ਰੋਗ ਸੋਗ ਸਭ ਗੁਰੂ ਨੇ ਮੁਕਾ ਦਿੱਤੇ। ਗੁਰ ਪੂਰੇ ਮਿਲ ਪਾਪ ਤਜਾਇਨ। ਪੂਰੇ ਗੁਰੂ ਨੂੰ ਮਿਲਿਆ ਪਾਪਾਂ ਦਾ ਵੀ ਨਾਸ਼ ਹੋ ਜਾਂਦਾ। ਰਹਾਓ ਜੀਵਨ ਪਦਵੀ ਹਰ ਕਾ ਨਾਉ। ਵਾਹਿਗੁਰੂ ਜੀ ਦਾ ਨਾਮ ਅਭਿਆਸ ਕਰਨਾ ਹੀ ਜੀਵਨ ਦੇ ਉੱਤੇ ਮਰਾਤਬੇ ਤੱਕ ਪਹੁੰਚਣਾ। ਸਤਿਗੁਰੂ ਕਹਿੰਦੇ ਨਾ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਸਤਿਗੁਰੂ ਜੀ ਕਹਿੰਦੇ ਜਨਮ ਮਰਨ ਕਾ ਭਉ ਗਿਆ ਜੀਵਨ, ਪਦਵੀ ਪਾਏ ਉਹਨਾਂ ਨੂੰ ਜੀਵਨ ਦੀ ਪਦਵੀ ਉਹ ਪ੍ਰਾਪਤ ਹੋ ਜਾਂਦੀ। ਮਨ ਤਨ ਨਿਰਮਲ ਸਾਚ ਸੁਆਓ। ਮਨ ਵੀ ਨਿਰਮਲ ਹੋ ਜਾਂਦਾ, ਤਨ ਵੀ ਨਿਰਮਲ ਹੋ ਜਾਂਦਾ। ਜੋ ਨਾਮ ਬਾਣੀ ਚ ਰੋਜ਼ ਇਸ਼ਨਾਨ ਕਰਨਾ ਸ਼ੁਰੂ ਕਰ ਦਿੰਦੇ। 8 ਪਹਿਰ ਪਾਰ ਬ੍ਰਹਮ ਧਿਆਈ ਹੈ। ਵੇਖੋ ਹਰ ਤੁਕ ਦੇ ਵਿੱਚ ਗੁਰੂ ਸਾਹਿਬ ਵਾਰ-ਵਾਰ ਇੱਕੋ ਹੀ ਗੱਲ ਕਹਿ ਰਹੇ ਕਿ ਉਸ ਵਾਹਿਗੁਰੂ ਜੀ ਨੂੰ ਧਿਆਉਣਾ ਕਰੀਏ। ਪੂਰਵ ਲਿਖਤ ਲਿਖੀ ਹੋਏ ਤਾਂ ਪਾਈ ਹੈ, ਪਰ ਜਿਵੇਂ ਦੁਨੀਆ ਦੀ ਕੰਗਾਲੀ, ਦੁਨੀਆ ਦਾ ਧਨ ਪਦਾਰਥ, ਦੁਨੀਆ ਦੀ ਐਸ਼ੋ ਇਸ਼ਰਤ, ਦੁਨੀਆ ਦੇ ਰੰਗ ਤਮਾਸ਼ੇ ਬਿਨਾਂ ਭਾਗਾਂ ਤੋਂ ਨਹੀਂ ਮਿਲਦੇ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਗੁਰਸਿੱਖੀ ਨਾਮ ਖੰਡੇ ਬਾਟੇ ਦੀ ਪੌਲ, ਇਹਦੇ ਲਈ ਵੀ ਸੰਗਤ ਜੀ ਸਾਨੂੰ ਤਿਆਰ ਹੋਣਾ ਪੈਂਦਾ, ਆਪਣਾ ਜੀਵਨ ਉਹ ਜਿਹਾ ਘੜਨਾ ਪੈਂਦਾ। ਸ਼ਰਨ ਪਏ ਜਪ ਦੀਨ ਦਿਆਲਾ। ਵਾਹਿਗੁਰੂ ਜੀ ਤੁਹਾਡੀ ਸ਼ਰਨ ਆਏ ਆ, ਤੁਹਾਨੂੰ ਜਪਦੇ ਆ ਤੇ ਤੁਹਾਨੂੰ ਜਪਣ ਲਈ ਆਏ ਆ। ਨਾਨਕ ਜਾਚੈ, ਜਾਚੈ ਦਾ ਪਾਵਨ ਦਾ ਮੰਗ ਕਰਨੀ। ਸੰਤ ਰਵਾਲਾ, ਉਹਨਾਂ ਸੰਤਾਂ ਦੀ ਰਵਾਲ ਚਰਨ ਧੂੜੀ ਗੁਰੂ ਸਾਹਿਬ ਮੰਗ ਰਹੇ ਨੇ, ਜਿਨ੍ਹਾਂ ਨੇ ਅੱਜ ਦੇ ਸਮੁੱਖ ਵਾਕ ਦੀਆਂ ਤੁਕਾਂ ਵਰਗਾ ਆਪਣਾ ਜੀਵਨ ਬਣਾ ਲਿਆ ਜੀ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।